ਨਵਾਂਸ਼ਹਿਰ ਦੇ ਸਿਵਲ ਹਸਪਤਾਲ ਵਿਖੇ 30 ਲੋਕਾਂ ਦੇ ਕਰੋਨਾ ਸੈਂਪਲ ਲਏ ਗਏ, ਜਿਨ੍ਹਾਂ ਵਿੱਚ ਸਟਾਫ ਤੇ ਆਮ ਲੋਕ ਸ਼ਾਮਿਲ ਸਨ। ਡਾਕਟਰ ਮਨਪ੍ਰੀਤ ਵੱਲੋਂ ਕਰੋਨਾ ਦੇ ਲੱਛਣਾਂ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਵੀ ਦਿੱਤੀ ਗਈ। ਇੰਡੀਆ 24 ਇਨਫੋ ਲਾਈਨ ਨਿਊਜ਼ ਲਈ ਨਵਾਂਸ਼ਹਿਰ ਤੋਂ ਮਹੇਸ਼ ਕੁਮਾਰ ਦੀ ਰਿਪੋਰਟ। ਨੇਜ਼ੋਫੈਰਿੰਜਲ ਸੈਂਪਲ ਲੈ ਕੇ ਉਹਨੂੰ ਬਫਰ ਸੋਲਿਊਸ਼ਨ ਦੇ ਵਿੱਚ ਪਾ ਕੇ ਤੇ ਇਹਦੇ ਉੱਪਰ ਅਸੀਂ 3 ਡ੍ਰੌਪਸ ਪਾਉਂਦੇ ਹਾਂ। ਠੀਕ ਹੈ, ਤੇ ਹੁਣ ਇੱਕ ਪਾਸੇ ਲਿਖਿਆ ਹੋਇਆ C, ਇੱਕ ਪਾਸੇ ਲਿਖਿਆ ਹੋਇਆ T। ਇਟ ਮੀਨਸ ਕੰਟਰੋਲ ਐਂਡ ਟੈਸਟ। ਜੇ ਕੰਟਰੋਲ ਤੇ ਲਾਈਨ ਆ ਗਈ ਇਟ ਮੀਨਸ ਟੈਸਟ ਵੈਲਿਡ ਹੈ ਤੇ ਰਿਪੋਰਟ ਇਜ਼ ਨੈਗੇਟਿਵ। ਜੇ T ਤੇ C ਦੋਨੋਂ ਆ ਜਾਣ ਤਾਂ ਟੈਸਟ ਜੇ ਪੋਜ਼ਿਟਿਵ ਹੈ ਫਿਰ ਕਰੋਨਾ ਇਜ਼ ਪੋਜ਼ਿਟਿਵ। ਓਕੇ, ਇਹ ਕਿੰਨੇ ਟਾਈਮ ਦੇ ਵਿੱਚ ਜਿਹੜੀ ਇਹਦਾ ਪਤਾ ਲੱਗ ਜਾਂਦਾ ਹੈ? ਇਹ ਵਿਦਿਨ 15 ਮਿੰਟਸ। ਓਕੇ, ਤੁਸੀਂ ਕਿ ਅਸੀਂ ਵੀ ਔਰ ਸਾਡਾ ਪਰਿਵਾਰ ਸੁਰੱਖਿਅਤ ਰਵੇ, ਕਿਉਂਕਿ ਇਹਦੇ 'ਚ ਕੋਈ ਲੁਕੋ ਵਾਲੀ ਗੱਲ ਨਹੀਂ ਹੈ। ਸਾਹਮਣੇ ਰੈਪਿਡ ਟੈਸਟ ਕੀਤਾ ਜਾਂਦਾ ਵਾ। ਕੁਝ ਲੋਕਾਂ ਦੇ ਵਿੱਚ ਇਹ ਵਿਚਾਰ ਆ ਕਿ ਜਦੋਂ ਸੈਂਪਲ ਲੈਂਦੇ ਆ ਸਾਡੀ ਪੋਜ਼ਿਟਿਵ ਜਾਣਬੁੱਝ ਕੇ ਕਰ ਦਿੰਦੇ ਆ, ਬਟ ਇਹੋ ਜਿਹਾ ਕੁਝ ਨਹੀਂ ਹੈਗਾ ਵਾ। ਸਾਹਮਣੇ ਸੈਂਪਲਿੰਗ ਹੁੰਦੀ ਆ ਅਤੇ ਉਸੇ ਵੇਲੇ ਜਿਹੜੀ ਤਾਂ ਇੱਥੇ ਹੋਣੇ ਵਾਲੀ ਹੁੰਦੀ ਆ ਉਹ ਰਿਪੋਰਟ ਤਾਂ ਉਸੇ ਵੇਲੇ ਸਾਹਮਣੇ ਹੀ ਦੇ ਦਿੰਦੇ ਆ। ਜਿਹੜੀ ਪਟਿਆਲੇ ਗੋਲਡ ਟੈਸਟ ਵਾ ਅਤੇ ਉਹ ਉੱਥੇ ਗੋਲਡ ਸਟੈਂਡਰਡ ਸੈਂਪਲ ਆ, ਉਹ ਉੱਥੇ RT-PCR ਉਹ ਪਟਿਆਲੇ ਭੇਜਦੇ ਆ ਅਤੇ ਉਹਦੀ ਤੀਸਰੇ ਦਿਨ ਰਿਪੋਰਟ ਆਉਂਦੀ ਹੈ, ਦੂਸਰੇ ਦਿਨ ਮੈਸੇਜ ਆ ਜਾਂਦਾ ਵਾ। ਸੋ ਮੈਂ ਤਾਂ ਇਹ ਜਨਤਾ ਨੂੰ ਕਹੂੰਗਾ ਕਿ ਟੈਸਟ ਜ਼ਰੂਰ ਕਰਵਾਓ। ਇਸ ਅਫਵਾਹ ਤੋਂ ਬਚੋ ਕਿ ਜਾਣਬੁੱਝ ਕੇ ਕੱਢ ਦਿੰਦੇ, ਇੱਦਾਂ ਦਾ ਕੁਛ ਵੀ ਨਹੀਂ ਹੈ। ਥੈਂਕ ਯੂ। ਇਹਦੇ ਨਾਲ ਜਿਹੜੇ ਲੋਕਾਂ ਨੂੰ ਕਿਹੜਾ ਸੈਂਪਲ ਕਰਾਉਣਾ ਚਾਹੀਦਾ ਹੈ ਤੇ ਕਿਸ ਤਰੀਕੇ ਦੇ ਨਾਲ ਜਿਹੜੀ ਇੱਥੇ ਸੈਂਪਲਿੰਗ ਹੋ ਰਹੀ ਹੈ? ਹਾਂਜੀ, ਇੱਥੇ ਅਸੀਂ ਇੱਕ ਟਾਈਮ 'ਤੇ 3 ਜਗ੍ਹਾ ਸੈਂਪਲ ਲੈ ਰਹੇ ਹੈਗੇ ਹਾਂ। ਪਹਿਲਾਂ ਤਾਂ ਰੈਪਿਡ ਐਂਟੀਜਨ ਟੈਸਟਿੰਗ ਹੋ ਰਹੀ ਹੈਗੀ, ਦੂਜੀ ਜਗ੍ਹਾ RT-PCR ਹੋ ਰਿਹਾ ਹੈਗਾ ਅਤੇ ਇੱਕ ਹੋ ਰਿਹਾ TrueNAT ਟੈਸਟਿੰਗ। ਇਹ ਤਿੰਨਾਂ ਦੀ ਸਾਡੇ ਕੋਲ ਇੰਡੀਕੇਸ਼ਨਸ ਡਿਫਰੈਂਟ ਇੰਡੀਕੇਸ਼ਨਸ ਹੈਗੀਆਂ। ਰੈਪਿਡ ਐਂਟੀਜਨ ਟੈਸਟਿੰਗ ਦੀ ਇਹ ਹੈਗੀ ਆ ਵੀ ਜੇ ਕਿਸੇ ਨੂੰ ਸਿੰਪਟਮ ਆ ਰਹੇ ਹੈਗੇ, ਠੀਕ ਹੈ, ਜਿਵੇਂ ਸਿੰਪਟਮਸ ਵਿੱਚ ਸਾਡੇ ਕੋਲ ਕਿੰਨੇ ਸਾਰੇ ਸਿੰਪਟਮਸ ਹੈ। ਫਸਟ ਆਫ ਆਲ ਇਜ਼ ਫੀਵਰ ਨਹੀਂ ਤੁਹਾਡਾ ਟੁੱਟ ਰਿਹਾ ਹੈਗਾ, ਤੁਹਾਨੂੰ ਖਾਂਸੀ ਆ ਰਹੀ ਹੈਗੀ ਹੈ, ਤੁਹਾਡਾ ਹੈਡੇਕ ਹੋ ਰਿਹਾ ਹੈਗਾ, ਜਾਂ ਤੁਸੀਂ ਕਿਸੇ ਨਾਲ ਕੰਟੈਕਟ ਵਿੱਚ ਆਏ ਹੋ, ਠੀਕ ਹੈ, ਉਹਦਾ ਅਸੀਂ ਰੈਪਿਡ ਐਂਟੀਜਨ ਟੈਸਟਿੰਗ ਕਰ ਰਹੇ ਹਾਂ। ਰੈਪਿਡ ਐਂਟੀਜਨ ਟੈਸਟਿੰਗ ਦੀ ਰਿਪੋਰਟ ਅਸੀਂ ਸਿਰਫ 15 ਮਿੰਟਾਂ ਵਿੱਚ ਆ ਜਾਂਦੀ ਹੈਗੀ ਹੈ। ਦੈਟ ਇਜ਼ ਅ ਕ੍ਰੋਮੈਟੋਗ੍ਰਾਫੀ ਟੈਸਟ ਬੇਸਡ। ਇਸਦੇ ਕਈ ਲੋਕਾਂ ਵਿੱਚ ਇਹ ਹਊਆ ਹੈ ਕਿ ਤੁਸੀਂ 5 ਮਿੰਟ 'ਚ ਕਿੱਦਾਂ ਕਿਸੇ ਬੰਦੇ ਨੂੰ ਦੱਸ ਸਕਦੇ ਹੋ ਵੀ ਤੁਸੀਂ ਕਰੋਨਾ ਪੋਜ਼ੀਟਿਵ ਹੋ। ਇਟ ਇਜ਼ ਐਂਟੀਜਨ ਟੈਸਟਿੰਗ, ਨਾਟ ਐਂਟੀਬੋਡੀ ਟੈਸਟਿੰਗ, ਕਿ ਜਿਹਦੇ ਵਿੱਚ ਅਸੀਂ ਸਪੈਸੀਫਿਕ ਵਾਇਰਸ ਦੇ ਅਗੇਂਸਟ ਸਾਡੇ ਕੋਲ ਕ੍ਰੋਮੈਟੋਗ੍ਰਾਫੀ ਸਟ੍ਰਿਪਸ ਬਣੀਆਂ, ਇਸ ਲਈ ਸਾਡਾ ਪੋਜ਼ੀਟਿਵ ਆਉਂਦਾ ਹੈਗਾ। ਦਿਸ ਇਜ਼ ਰੈਪਿਡ ਐਂਟੀਜਨ ਟੈਸਟਿੰਗ। ਸੈਕਿੰਡ ਟੈਸਟਿੰਗ ਵੀ ਆਰ ਡੂਇੰਗ RT-PCR। RT-PCR ਦੀ ਸਪੈਸੀਫਿਕਲੀ ਇਹ ਹੈਗਾ ਵੀ ਜੇ ਪੇਸ਼ੈਂਟ ਨੂੰ ਸਿੰਪਟਮ ਆ ਰਹੇ ਆ ਪਰ ਰੈਪਿਡ ਐਂਟੀਜਨ ਟੈਸਟ ਨੈਗੇਟਿਵ ਆ ਗਿਆ, ਅਸੀਂ ਉਹਨੂੰ ਕਹਾਂਗੇ ਵੀ ਅਸੀਂ ਉਹਦਾ RT-PCR ਸੈਂਪਲ ਭੇਜਾਂਗੇ ਪਟਿਆਲੇ ਜਸਟ ਫॉर ਕਨਫਰਮੇਸ਼ਨ, ਤਾਂ ਕਿ ਉਹਨਾਂ ਨੂੰ ਅਸੀਂ ਕਹਾਂਗੇ ਵੀ ਜਿਵੇਂ ਜੇ ਅੱਜ ਅਸੀਂ ਸੈਂਪਲ ਲੈ ਰਹੇ ਹਾਂ ਤਾਂ ਕੱਲ੍ਹ ਸ਼ਾਮ ਤੱਕ ਉਹਦੀ ਰਿਪੋਰਟ ਆ ਜਾਏਗੀ। 2 ਦਿਨ ਉਹ ਆਪਣੇ ਆਪ ਨੂੰ ਜ਼ਿੰਮੇਵਾਰੀ ਨਾਲ ਆਪਣੇ ਆਪ ਨੂੰ ਕੁਆਰੰਟਾਈਨ ਕਰ ਲਵੇ ਅਤੇ ਜਦੋਂ ਤੱਕ ਅਗਲੇ ਦਿਨ ਰਿਪੋਰਟ ਨਹੀਂ ਆ ਜਾਂਦੀ ਉਹ ਆਪਣੇ ਆਪ ਨੂੰ ਕੁਆਰੰਟਾਈਨ ਰੱਖ ਕੇ ਅਤੇ ਜਦੋਂ ਪੋਜ਼ੀਟਿਵ ਨੈਗੇਟਿਵ ਜਿੱਦਾਂ ਵੀ ਆਈ ਉਹ ਆਪਣੇ ਹਿਸਾਬ ਨਾਲ ਕਰ ਲਵੇਗਾ। ਅਤੇ ਇੱਕ ਜਿਹੜਾ ਤੀਜਾ ਟੈਸਟ ਅਸੀਂ ਕਰ ਰਹੇ ਹਾਂ TrueNAT ਟੈਸਟਿੰਗ। TrueNAT ਟੈਸਟਿੰਗ ਦੀ ਇਹ ਹੋ ਰਹੀ ਹੈਗੀ ਹੈ ਬਹੁਤ ਜ਼ਿਆਦਾ, ਜਿਵੇਂ ਕਿਸੇ ਦੀ ਸਰਜਰੀ ਹੋਣੀ ਆ, ਬਹੁਤ ਜ਼ਿਆਦਾ ਸਿੱਕ ਕੋਈ ਪੇਸ਼ੈਂਟ, ਜਿਵੇਂ ਸਾਡੇ ਕੋਲ ਕਿੰਨੇ ਸਿੱਕ ਪੇਸ਼ੈਂਟਸ ਆਉਂਦੇ ਆ ਜਿਹਨੂੰ ਸਾਨੂੰ ਮੌਕੇ 'ਤੇ ਸਾਨੂੰ ਦੱਸਣਾ ਪੈਂਦਾ ਹੈਗਾ। ਪਹਿਲਾਂ ਤਾਂ ਅਸੀਂ ਰੈਪਿਡ ਐਂਟੀਜਨ ਕਰਾਂਗੇ ਉਹਦਾ, ਜੇ ਰੈਪਿਡ 'ਤੇ ਪੋਜ਼ੀਟਿਵ ਆ ਗਿਆ ਤਾਂ ਚਲੋ ਪੋਜ਼ੀਟਿਵ ਹੀ ਹੈ, ਬਟ ਜੇ ਨੈਗੇਟਿਵ ਆ ਗਿਆ ਉਹਦਾ ਅਸੀਂ TrueNAT ਕਰਾਂਗੇ। ਕਿਉਂਕਿ TrueNAT ਦੀ ਰਿਪੋਰਟ 2 ਘੰਟਿਆਂ ਦੇ ਵਿੱਚ ਵਿੱਚ ਆ ਜਾਂਦੀ ਹੈ, ਤਾਂ ਕਿ ਅਸੀਂ ਦੱਸ ਸਕਦੇ ਵੀ ਜੇ ਸਾਡੇ ਕੋਲ ਕੋਈ ਬਹੁਤ ਸਿੱਕ ਪੇਸ਼ੈਂਟ ਹੈਗਾ ਆ ਉਹ ਪੋਜ਼ੀਟਿਵ ਹੈ ਕਿ ਨੈਗੇਟਿਵ ਹੈ। ਇਸ ਲਈ ਉਹਦੇ ਹਿਸਾਬ ਨਾਲ ਅਸੀਂ ਅੱਗੇ ਫਰਦਰ ਅਸੀਂ ਮੈਨੇਜਮੈਂਟ ਉਹਦਾ ਕਰਾਂਗੇ। ਮੈਡਮ, ਇੱਕ ਮੇਨ ਲੋਕਾਂ ਦੇ ਕੁਐਸਚਨਸ ਰਹਿੰਦੇ ਆ ਕਿ ਸਿੰਪਟਮਸ ਕੀ ਨੇ ਅੱਜ ਕੱਲ੍ਹ, ਜਿਹੜੇ ਜਿੱਦਾਂ ਸਟੇਜਸ ਇਹਦੀਆਂ ਚੇਂਜ ਹੁੰਦੀਆਂ ਰਹਿੰਦੀਆਂ ਨੇ, ਕਿ ਸਿੰਪਟਮਸ ਇਹਨਾਂ ਦਿਨਾਂ ਦੇ ਵਿੱਚ ਕੀ ਜਿਹੜੇ ਲੋਕਾਂ ਦੇ ਸਾਹਮਣੇ ਆ ਰਹੇ ਲੋਕ ਜਾਣਨਾ ਚਾਹੁੰਦੇ ਆ ਕਿ ਟੈਸਟ ਅਸੀਂ ਕਰਾਈਏ ਸਾਨੂੰ ਕੀ ਸਿੰਪਟਮਸ ਹੋਣ। ਠੀਕ ਹੈ, ਪਹਿਲੀ ਗੱਲ ਤਾਂ ਪਹਿਲਾ ਚੀਜ਼ ਇਹ ਹੈ ਕਿ ਤੁਸੀਂ ਕਿਸੇ ਦੇ ਨਾਲ ਕੰਟੈਕਟ 'ਚ ਆਏ ਹੋ, ਤੁਹਾਨੂੰ ਇਮੀਡੀਏਟਲੀ ਇੱਥੇ ਆ ਕੇ ਟੈਸਟ ਕਰਵਾ ਲਓ। ਨਹੀਂ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਕਿੰਨੇ ਦਿਨ, ਬੇਸਿਕਲੀ ਇਹ ਹੈ ਕਿ 5 ਦਿਨ ਤੁਸੀਂ ਉਸ ਬੰਦੇ ਨਾਲ ਕੰਟੈਕਟ 'ਚ ਹੋਣੇ ਚਾਹੀਦੇ ਹੋ। ਜੇ 5 ਦਿਨ ਨਹੀਂ ਹੋ ਫਿਰ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿੱਦਾਂ ਕਰਨਾ ਹੈਗਾ। ਫਿਰ ਉਸ ਤੋਂ ਬਾਅਦ ਆ ਕੇ ਸਾਡੇ ਕੋਲ ਸਿੰਪਟਮਸ ਬੇਸਿਕਲੀ ਇਹ ਹੈਗਾ ਹੈ ਕਿ ਨਾਰਮਲ ਜਿੱਦਾਂ ਫਲੂ ਲਾਈਕ ਸਿੰਪਟਮਸ ਹੁੰਦੇ ਆ, ਲਾਈਕ ਇਟ ਇਜ਼ ਕਫ ਹੋ ਗਿਆ, ਬ੍ਰੈਥਲੈਸਨੈਸ ਹੋ ਗਈ, ਐਬਡੋਮੀਨਲ ਪੇਨ ਹੋ ਗਿਆ, ਫੀਵਰ ਹੋ ਗਿਆ, ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਵੇਂ ਨਾਰਮਲ ਜਿਵੇਂ ਫਲੂ ਲਾਈਕ ਹੁੰਦਾ, ਬਟ ਇਟ ਇਜ਼ ਅ ਡਿਫਰੈਂਟ ਟਾਈਪ ਆਫ ਫਲੂ। ਇਹ ਚੀਜ਼ ਲੋਕਾਂ ਦੇ ਵਿੱਚ ਇਹ ਆ ਕਿ ਵੀ ਇਹਦਾ ਜਸਟ ਐਵੇਂ ਨਾਰਮਲ ਜਿਹਾ ਫਲੂ ਹੈ, ਹੈਗੇ ਫਲੂ ਵਾਲੇ ਸਿੰਪਟਮਸ ਆਉਂਦੇ ਆ, ਪਰ ਜਦੋਂ ਇਹਦੇ ਵਿੱਚ ਬੰਦੇ ਵਿੱਚ ਆਪਣਾ ਇਮਿਊਨਿਟੀ ਪਾਵਰ ਘੱਟ ਹੈਗੀ ਆ ਅਤੇ ਉਹ ਫੜਿਆ ਜਾਂਦਾ ਹੈਗਾ ਅਤੇ ਉਹ ਫਿਰ ਇਸ ਲਈ ਅੱਗੇ ਉਹਦੇ ਸਟੇਜਸ ਫਿਰ
ਗੱਲਾਂ ਸਾਹਮਣੇ ਆਈਆਂ ਕਿ 3 ਦਿਨ ਤੋਂ ਬਾਅਦ ਪੇਸ਼ੈਂਟ ਨੂੰ ਘਰੇ ਭੇਜ ਦਿੱਤਾ ਗਿਆ, ਉਹ ਕਿਹਨਾਂ ਕਾਰਨਾਂ ਦੇ ਵਿੱਚ ਜਿਹੜਾ ਉਹਨਾਂ ਨੂੰ ਘਰੇ ਭੇਜ ਦਿੱਤਾ ਜਾਂਦਾ? ਸਰ ਇਸ ਤਰ੍ਹਾਂ ਹੈ ਵੀ ਸਾਡੇ ਵਿੱਚ ਜਦੋਂ ਪੇਸ਼ੈਂਟ ਪੋਜ਼ਿਟਿਵ ਆ ਜਾਂਦਾ ਹੈ, ਉਹਨੂੰ ਜਿਹੜੇ ਸਰਕਾਰ ਵੱਲੋਂ ਗਾਈਡਲਾਈਨਸ ਆਏ ਨੇ, ਉਹਦੇ ਹੋਮ ਆਈਸੋਲੇਸ਼ਨ ਇੱਕ ਕਿੱਟ ਆਉਂਦੀ ਆ ਜੋ ਮੈਡੀਕਲ ਸਟੋਰ 'ਤੇ ਉਪਲਬਧ ਹੈਗੀ ਆ। ਠੀਕ ਹੈ, ਸਾਡੇ ਜਿਹੜੇ ਆਲਾ ਨੋਡਲ ਅਫਸਰ ਨੇ ਉਹ ਪੇਸ਼ੈਂਟ ਨੂੰ ਉਸ ਕਿੱਟ ਬਾਰੇ ਸਾਰਾ ਸਮਝਾਉਂਦੇ ਨੇ, ਅਤੇ ਉਸ ਕਿੱਟ ਬਾਰੇ ਜਦੋਂ ਵੀ ਆਪਣੇ ਹੋਮ ਆਈਸੋਲੇਸ਼ਨ ਕਰਨੇ ਆ, ਤੁਸੀਂ ਕੀ ਪ੍ਰੀਕਾਸ਼ਨ ਰੱਖਣੀਆਂ, ਜਿਹਦੇ ਵਿੱਚ ਆਪਾਂ ਇੱਕ ਰੂਮ ਸੈਪਰੇਟ ਰੂਮ ਹੁੰਦਾ ਹੈ ਜੀ, ਉਹਦੇ ਵਿੱਚ ਆਪਣੇ ਆਪ ਨੂੰ ਉਹਨਾਂ ਨੇ ਆਈਸੋਲੇਟ ਕਰਨਾ ਹੁੰਦਾ ਹੈ, ਉਸ ਰੂਮ ਦੇ ਇਕਾਂਤ ਰੱਖਣਾ ਹੁੰਦਾ ਆ, ਜੋ ਵੀ ਉਹਨੂੰ ਪ੍ਰੋਵਾਈਡ ਕਰਨਾ ਖਾਣਾ ਹੈ ਉਹ ਇੱਕ ਟੇਬਲ ਬਾਹਰ ਲਗਾ ਦਿੰਦੇ ਆ, ਉਹ ਖਾਣਾ ਵਗੈਰਾ ਜਾਂ ਕੁਛ ਵੀ ਕੋਈ ਵੀ ਚੀਜ਼ ਦੇਣੀ ਆ ਉਹ ਉੱਥੇ ਰੱਖ ਕੇ ਚਲ ਜਾਂਦੇ ਆ। ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈਗੀ, ਸਾਡੇ ਪੇਸ਼ੈਂਟ ਜਿੰਨੇ ਵੀ ਅੱਜ ਤੱਕ ਠੀਕ ਹੋ ਕੇ ਗਏ ਆ, ਹੋਮ ਆਈਸੋਲੇਸ਼ਨ ਜਿੰਨੇ ਵੀ ਕੀਤੇ ਆ ਸਭ ਬੈਸਟ। ਯਾਨੀ ਕਿ ਮੇਨ ਸਾਡਾ ਇਹੀ ਮਕਸਦ ਸੀਗਾ ਅੱਜ ਦਾ ਲੋਕਾਂ ਨੂੰ, ਕਿ ਲੋਕੀ ਅਕਸਰ ਵਹਿਮ ਰਹਿੰਦਾ ਲੋਕਾਂ ਦੇ ਵਿੱਚ ਕਿ ਘਰੇ ਭੇਜ ਦਿੱਤਾ, ਪਤਾ ਨਹੀਂ ਕੀ ਗੱਲ ਕਰ ਨਹੀਂ ਇਸੇ ਚੱਕਰ ਕਰ। ਇਹਦੇ ਵਿੱਚ ਦੇਖੋ ਜੀ, ਬਹਿਣ ਵਾਲੀ ਤਾਂ ਕੋਈ ਗੱਲ ਨਹੀਂ ਹੈਗੀ, ਬਿਲਕੁਲ ਜਿੱਦਾਂ ਵੀ ਹੈ ਪੇਸ਼ੈਂਟ ਪਹਿਲਾਂ ਹੁੰਦਾ ਸੀਗਾ ਕਿ ਚਲੋ ਪੋਜ਼ਿਟਿਵ ਆਉਣ ਤੋਂ ਥੋੜ੍ਹਾ ਜਿਹਾ ਡਰ ਤਾਂ ਲੱਗਦਾ ਹੀ ਆ, ਪਰ ਲੋਕਾਂ ਨੂੰ ਡਰਨਾ ਨਹੀਂ ਚਾਹੀਦਾ, ਕੋਵਿਡ ਦੇ ਨਾਲ ਜੋ ਵੀ ਆ ਲੜਨਾ ਚਾਹੀਦਾ ਹੈ। ਹੁੰਦੀ ਹੈ ਕਿਸ ਤਰੀਕੇ ਦਾ ਟੈਂਪਰੇਚਰ ਕਿੱਦਾਂ ਦਾ ਤੁਸੀਂ ਫੀਲ ਕਰਦੇ ਹੋ? ਹਾਂਜੀ, ਕਿੱਟਾ ਕਿ ਐਕਚੁਅਲੀ ਮੌਸਮ ਵੀ ਥੋੜਾ ਗਰਮੀ ਦਾ ਹੀ ਹੈ ਤੇ ਥੋੜਾ ਜਿਹਾ ਹੁੰਦਾ ਹੈਗਾ ਸਫੋਕੇਸ਼ਨ, ਬਟ ਆਪਣੀ ਡਿਊਟੀ ਹੈਗੀ ਆ ਤਾਂ ਕਰਨੀ। ਕਿੰਨੀ ਵਾਰ ਤੁਸੀਂ ਸੈਂਪਲ ਲੈ ਰਹੇ ਹੋ? ਹਾਂਜੀ, ਮੇਰਾ 4th ਟਾਈਮ ਹੈ ਸਰ। ਓਕੇ, ਹਾਂਜੀ, ਠੀਕ ਹੈ ਜੀ।